प्रोग्राम मुद्दा यूएसए ਵਿੱਚ ਤੁਹਾਡਾ ਹਾਰਦਿਕ ਸਵਾਗਤ ਹੈ। ਅੱਜ ਅਸੀਂ ਇਸ ਪ੍ਰੋਗਰਾਮ ਵਿੱਚ ਗੱਲ ਕਰਨ ਜਾ ਰਹੇ ਹਾਂ ਕਰੋਨਾ ਵਾਇਰਸ ਦਾ ਸਾਡੇ ਬਿਜ਼ਨੈਸਿਸ ਦੇ ਉੱਪਰ ਤੇ ਸਾਡੇ ਆਮ ਜਨਜੀਵਨ ਦੇ ਉੱਪਰ ਕਿੰਨਾ ਵੱਡਾ ਅਸਰ ਪਿਆ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਸ ਵੇਲੇ ਪੂਰੀ ਦੁਨੀਆ ਕਰੋਨਾ ਵਾਇਰਸ ਤੋਂ ਪੀੜਤ ਹੈ। ਅਜੇ ਵੀ ਲੋਕਾਂ ਦੇ ਵਿੱਚ ਡਰ ਤੇ ਖੌਫ ਬਣਿਆ ਹੋਇਆ ਹੈ। ਬਹੁਤ ਸਾਰੇ ਬਿਜ਼ਨਸ ਨੇ ਜਿਹੜੇ ਬੰਦ ਹੋ ਗਏ ਨੇ। ਐਂਟਰਟੇਨਮੈਂਟ ਇੰਡਸਟਰੀ ਤੇ ਮੀਡੀਆ ਵੀ ਇਸ ਤੋਂ ਖਾਸਾ ਪ੍ਰਭਾਵਿਤ ਹੈ। ਦੁਨੀਆ ਦੇ ਵਿੱਚ ਲੋਕਾਂ ਨੂੰ ਖੁਸ਼ੀਆਂ ਵੰਡਣ ਵਾਲਾ ਐਂਟਰਟੇਨਮੈਂਟ ਬਿਜ਼ਨਸ ਜੇ ਪ੍ਰਭਾਵਿਤ ਹੈ ਤਾਂ ਇਸ ਦਾ ਅਗਲਾ ਰੂਪ ਕੀ ਹੋਵੇਗਾ। ਇਸ ਦੇ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਨੇ ਮਨੀਸ਼ ਸੂਦ। ਮਨੀਸ਼ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਸੋ ਮਚ ਫॉर ਹੈਵਿੰਗ ਮੀ ਐਂਡ ਸਾਰੇ ਲੋਕਾਂ ਨੂੰ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਮਨੀਸ਼ ਸੂਦ ਹੋਰਾਂ ਦੀ ਮੈਂ ਇੰਟਰੋਡਕਸ਼ਨ ਕਰਾ ਦਿਆਂ। ਇਹ ਜਿੱਥੇ ਇਵੈਂਟ ਇੱਥੋਂ ਦੇ ਪ੍ਰਮੋਟਰ ਨੇ, ਉੱਥੇ ਸ਼ੋਅ ਬਿਜ਼ਨਸ ਦੇ ਵਿੱਚ ਵੀ ਜਿਹੜੇ ਬਾਲੀਵੁੱਡ ਦੇ ਵੱਡੇ ਸ਼ੋਅ ਨੇ ਉਹ ਇਸ ਪੂਰੇ ਏਰੀਏ ਦੇ ਵਿੱਚ ਲਗਾਤਾਰ ਲੰਮੇ ਸਮੇਂ ਤੋਂ ਕਰਵਾਉਂਦੇ ਆ ਰਹੇ ਨੇ। ਮਨੀਸ਼ ਜੀ, ਇਸ ਵੇਲੇ ਤੁਸੀਂ ਇਸ ਇੰਡਸਟਰੀ ਨਾਲ ਜੁੜੇ ਹੋਏ ਹੋ, ਜਿਹੜੇ ਵੱਡੇ ਬਿਜ਼ਨਸ ਪ੍ਰਭਾਵਿਤ ਹੋਏ ਨੇ। ਤੁਹਾਨੂੰ ਮੈਂ ਕਈ ਸਾਲਾਂ ਤੋਂ ਦੇਖ ਰਿਹਾ, ਤੁਸੀਂ ਐਂਟਰਟੇਨਮੈਂਟ ਇੰਡਸਟਰੀ ਨਾਲ ਬੜੇ ਵੱਡੇ ਸ਼ੋਅ ਲਿਆਂਦੇ ਤੁਸੀਂ ਇੱਥੇ। ਹੁਣ ਤੁਹਾਨੂੰ ਕਿਵੇਂ ਲੱਗਦਾ ਕਿੰਨਾ ਕੁ ਇਫੈਕਟ ਹੈ ਔਰ ਕਿਸ ਤਰ੍ਹਾਂ ਦਾ ਇਹ ਜਿਹੜਾ ਆਉਣ ਵਾਲਾ ਸਮਾਂ ਹੈ ਐਂਟਰਟੇਨਮੈਂਟ ਇੰਡਸਟਰੀ ਦਾ ਹੋਵੇਗਾ? ਤੇ ਭਾਜੀ, ਸਭ ਤੋਂ ਵੱਡੀ ਗੱਲ ਹੈ ਕਿ ਹੌਸਪਿਟੈਲਿਟੀ ਇੰਡਸਟਰੀ ਜੋ ਹੈਗੀ ਦੈਟ ਇਜ਼ ਹਿਟ ਦ ਮੋਸਟ। ਬਾਕੀ ਵੀ ਸਾਰੀ ਇੰਡਸਟਰੀਜ਼ ਨੂੰ ਕਾਫੀ ਇਫੈਕਟ ਪਿਆ ਹੈ। ਰੈਸਟੋਰੈਂਟ ਹੈਗਾ ਤੇ ਬਾਕੀ ਵੀ ਟਰਾਂਸਪੋਰਟੇਸ਼ਨ ਹੈਗੀ, ਪਰ ਹੌਸਪਿਟੈਲਿਟੀ ਇੰਡਸਟਰੀ ਜੋ ਹੈ ਤੇ ਐਂਟਰਟੇਨਮੈਂਟ ਬਿਜ਼ਨਸ ਜੋ ਮੇਰਾ ਬਿਜ਼ਨਸ ਹੈ ਉਹ ਕਾਫੀ ਫਰਕ ਪਿਆ, ਉਹਨੂੰ ਕਾਫੀ ਬੜੀ ਹਿੱਟ ਹੋਈ ਹੈ। ਤੇ ਸਭ ਤੋਂ ਪਹਿਲੇ ਉਹ ਬੰਦ ਹੋਇਆ ਤੇ ਮੇਰੇ ਖਿਆਲ ਨਾਲ ਸਭ ਤੋਂ ਆਖਰੀ ਹੋਣਾ ਬਿਜ਼ਨਸ ਜੋ ਖੁੱਲ੍ਹਣਾ ਹੈ। ਬਿਕੋਜ਼ ਇਟ ਇਜ਼ ਵੈਰੀ ਡਿਫਿਕਲਟ ਕਿ ਇੰਨੇ ਲੋਕਾਂ ਨੂੰ ਇੱਕ ਹੀ ਆਡੀਟੋਰੀਅਮ ਵਿੱਚ ਲੈ ਕੇ ਆਉਣਾ। ਇਟ ਇਜ਼ ਰਾਈਟ ਨਾਓ ਨਾਟ ਪੋਸੀਬਲ until unless the vaccination is made ਤੇ ਵੈਕਸੀਨੇਸ਼ਨ ਤੇ ਰਿਜ਼ਲਟ ਆਉਣਾ ਸ਼ੁਰੂ ਹੋਣਗੇ। ਪੀਪਲ ਦਾ ਕੌਨਫੀਡੈਂਸ ਲੈਵਲ ਜਦੋਂ बढ़ेगा ਨਾ, then only they'll be able to come inside in a auditorium। ਬਾਕੀ ਜੋ ਆਊਟਡੋਰ ਇਵੈਂਟ ਹੈਗੇ ਥੋੜ੍ਹੇ ਬਹੁਤ ਉਹ ਸ਼ੁਰੂ ਹੋ ਜਾਣੇ ਹੈ। ਆਊਟਡੋਰ ਤੇ ਥੋੜ੍ਹਾ ਜ਼ਿਆਦਾ ਫਲੈਕਸੀਬਿਲਿਟੀ ਹੁੰਦੀ ਹੈ ਤੇ ਥੋੜ੍ਹੇ ਸਪੇਸ ਜ਼ਿਆਦਾ ਹੁੰਦੀ ਹੈ। ਬਟ ਰਾਈਟ ਨਾਓ ਤੋਂ ਪਾਸਟ ਜਨਵਰੀ ਤੋਂ ਹੁਣ ਤੱਕ ਸਾਰੇ ਇਵੈਂट्स कैंसिल रहे हैं, सारे और साढ़े शोज़ कैंसिल हो गए हैं, पोस्टपोन हो गए हैं। पता ही नहीं, कोई डेट ही नहीं आगे की डेट दें, तो पोस्टपोन है, टू बी डिसाइडेड हैगा डेट सारे कुछ। ਜਿਵੇਂ ਅਮਰੀਕਨ ਗਵਰਨਮੈਂਟ ਨੇ ਬਹੁਤ ਸਾਰੇ ਬਿਜ਼ਨਸਿਸ ਦੇ ਵਿੱਚ ਜਿਹੜੇ ਸੈਲਫ ਇੰਪਲੋਈ ਸੀਗੇ ਉਹਨਾਂ ਨੂੰ ਕਾਫੀ ਮਦਦ ਦਿੱਤੀ ਆ ਆਰਥਿਕ ਤੌਰ ਤੇ। ਜਿਹੜੇ ਪੈਕੇਜ ਸੀਗੇ, ਸਟਿਮੂਲਸ ਪੈਕੇਜ ਸੀਗੇ, ਉਹਨਾਂ ਦੇ ਵਿੱਚ ਕਾਫੀ ਕੁਛ ਇਸ ਤਰ੍ਹਾਂ ਗਵਰਨਮੈਂਟ ਵੱਲੋਂ ਇਸ ਇੰਡਸਟਰੀ ਦੇ ਵਿੱਚ ਵੀ ਹੈਲਪ ਕੀਤੀ ਗਈ ਹੈ, ਕਿਉਂਕਿ ਇਹ ਤਾਂ ਇੱਕ ਡਿਫਰੈਂਟ ਤਰ੍ਹਾਂ ਦਾ ਬਿਜ਼ਨਸ ਸੀਗਾ ਜਿਹੜਾ ਤੁਸੀਂ ਜਿਸ ਤਰੀਕੇ ਨਾਲ ਵੀ ਮੈਨੇਜ ਕਰਦੇ ਸੀ। ਸੋ ਅਮਰੀਕਨ ਗਵਰਨਮੈਂਟ ਵੱਲੋਂ ਕਿਸ ਤਰ੍ਹਾਂ ਦੀ ਸਪੋਰਟ ਤੁਹਾਨੂੰ ਮਿਲੀ ਆ, ਜਾਂ ਤੁਸੀਂ ਕਿਸ ਤਰ੍ਹਾਂ ਦੀ ਆਸ ਕਰਦੇ ਹੋ ਕਿ ਆਉਂਦੇ ਦਿਨਾਂ ਦੇ ਵਿੱਚ ਕੋਈ ਇਹਦੇ ਬਾਰੇ ਗਵਰਨਮੈਂਟ ਨੂੰ ਸੋਚਣਾ ਚਾਹੀਦਾ? ਭਾਜੀ ਦੇਖिए, ਐਜ਼ ਐਨ ਐਂਟਰਟੇਨਮੈਂਟ ਇੰਡਸਟਰੀ ਸਪੋਰਟ ਕੋਈ ਖਾਸ ਨਹੀਂ ਮਿਲੀ ਹੈ ਗਵਰਨਮੈਂਟ ਤੋਂ ਵੀ। ਅਕੋਰਡਿੰਗ ਟੂ ਦ ਕੇਅਰਸ ਐਕਟ ਜੋ ਮਿਲਿਆ ਸੀ, that they have a provision for self-employed people, but the amount is so small that it doesn't fulfill our needs. It is very now ਦੂਜੀ ਗੱਲ ਹੈ ਕਿ PPP ਹੈਗਾ, right? ਤੇ PPP ਵਿੱਚ if you have multiple employees, that is your benefit, but entertainment industry ਵਿੱਚ ਅਸੀਂ contractual labor ਕਰਦੇ ਹਾਂ, ਸਾਡੇ employees ਨਹੀਂ ਹੁੰਦੇ। when there is a show we contract labors, ਉਹਦੇ ਵਾਸਤੇ PPP ਦਾ ਕੋਈ ਕਲੌਜ਼ ਨਹੀਂ ਹੈਗਾ। ਵੀ ਡੋਂਟ ਗੈਟ ਐਨੀ ਬੈਨੀਫਿਟ। ਤਾਂ ਸਾਡੇ ਵਾਸਤੇ ਕੋਈ ਖਾਸ ਬੈਨੀਫਿਟ ਨਹੀਂ ਹੋਇਆ। ਦੂਜੀ ਪ੍ਰੋਬਲਮ ਸਾਡੀ ਇਹ ਸੀ ਕਿ ਜੋ ਵੀ ਡਿਪੋਜ਼ਿਟ ਅਸੀਂ ਦਿੱਤਾ ਸੀ ਵੈਨਿਊ ਨੂੰ, ਆਰਟਿਸਟ ਨੂੰ, ਸਾਨੂੰ ਕੋਈ ਡਿਪੋਜ਼ਿਟ ਰਿਟਰਨ ਨਹੀਂ ਆਇਆ, ਕਿਉਂਕਿ ਆਰਟਿਸਟ ਵੀ ਕਹਿੰਦਾ ਹੈ ਕਿ ਹੁਣ ਉਹਦੀ ਵੀ ਪ੍ਰੋਬਲਮ ਚੱਲ ਰਹੀ ਹੈ, ਠੀਕ ਹੈ, ਉਹਨੂੰ ਵੀ ਰਿਟਰਨ ਨਹੀਂ ਆ ਰਿਹਾ, ਉਹਨਾਂ ਦੀ ਵੀ ਇਨਕਮ ਬੰਦ ਹੋ ਗਈ ਹੈ ਤੇ ਉਹ ਡਿਪੋਜ਼ਿਟ ਉਹਨਾਂ ਦੇ ਕੋਲ ਹੈਗਾ ਨਹੀਂ। ਉਹ ਨੈਕਸਟ ਈਅਰ ਅਸੀਂ ਕੋਈ ਸ਼ੋਅ ਕਰਨਾ ਤਾਂ ਦੇ ਵਿਲ ਐਡਜਸਟ ਦ ਡਿਪੋਜ਼ਿਟ, ਮਨਾ ਨਹੀਂ ਕਰਦੇ। ਵੈਨਿਊ ਸਾਰੇ ਬੰਦ ਸੀਗੇ ਤਾਂ ਜੋ ਡਿਪੋਜ਼ਿਟ ਅਸੀਂ ਵੈਨਿਊ ਨੇ ਦਿੱਤਾ ਸੀ ਉੱਥੇ ਕੋਈ ਡਿਪਾਰਟਮੈਂਟ ਬੰਦ ਹੀ ਕੰਮ ਹੀ ਨਹੀਂ ਹੋ ਰਿਹਾ ਸੀ, ਤਾਂ ਕੋਈ ਦੇयर इज़ नो ਰੀਫੰਡ। ਬਟ ਐਨ ਅਦਰ ਥਿੰਗ ਵਾਜ਼ ਦੈਟ ਸਾਨੂੰ ਅੱਗੇ ਡੇਟਸ ਵੀ ਚਾਹੀਦੀ ਹੈਗੀ ਨੈਕਸਟ ਈਅਰ ਦੀ, ਤਾਂ ਉਹ ਕਹਿ ਰਿਹਾ ਤੁਹਾਡਾ ਡਿਪੋਜ਼ਿਟ ਨੈਕਸਟ ਈਅਰ ਉਹ ਕਰ ਲਾਂਗੇ ਐਡਜਸਟ। ਸੋ ਦ ਕੈਸ਼ ਫਲੋ ਇਜ਼ ਟੋਟਲੀ ਗੋਨ। ਉੱਥੋਂ ਗਵਰਨਮੈਂਟ ਦੀ ਕੋਈ ਖਾਸ ਹੈਲਪ ਨਹੀਂ ਹੈ ਸਾਨੂੰ, ਬੇਲ ਆਊਟ ਪ੍ਰੋਗਰਾਮ ਕੋਈ ਹੈਗਾ ਹੀ ਨਹੀਂ ਸਾਡੇ ਵਾਸਤੇ। ਸੋ ਵੀ ਵਰ ਇਨ ਅ ਵੈਰੀ ਬਿਗ ਲਿੰਬੋ ਐਂਟਰਟੇਨਮੈਂਟ ਕੰਪਨੀ। ਤੁਸੀਂ
ਇਹ ਜਿਹੜਾ ਹੁਣ ਇਸ ਵੇਲੇ ਇਹ ਟਾਈਮ ਚੱਲ ਰਿਹਾ ਆ, ਕਿਉਂਕਿ ਇਹਦੇ ਬਾਰੇ ਅਨਸਰਟਨਟੀ ਇੰਨੀ ਜ਼ਿਆਦਾ ਬਣੀ ਹੋਈ ਆ, ਕਦੋਂ ਵੈਕਸੀਨ ਆਉਂਦੀ ਆ, ਕਦੋਂ ਇਹਦੇ ਬਾਰੇ ਕੋਈ ਨਵੀਂ ਚੀਜ਼ ਇਲਾਜ ਲੱਭਦੇ ਨੇ, ਔਰ ਕਦੋਂ ਲੋਕ ਬਾਹਰ ਆਉਣਗੇ। ਸੋ ਹਾਊ ਯੂ ਸੀ ਦਾ ਫਿਊਚਰ ਆਫ ਦਿਸ ਇੰਡਸਟਰੀ। ਤੁਸੀਂ ਜੇ ਕੋਈ ਪਲਾਨ ਕਰ ਰਹੇ ਹੋ ਕਿ ਹੁਣ ਕੋਈ ਨਵਾਂ ਇਹਦੇ ਬਾਰੇ ਕੋਈ ਇਵੈਂਟ ਕਰਨਾ ਹੋਵੇ, ਕਿਉਂਕਿ ਤੁਸੀਂ ਇਕੱਲੀ ਐਂਟਰਟੇਨਮੈਂਟ ਇੰਡਸਟਰੀ ਨਾਲ ਤਾਂ ਨਹੀਂ ਸੀ ਜੁੜੇ, ਪਹਿਲਾਂ ਤਾਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਜਿਹੜੇ ਤੁਸੀਂ ਸਲਮਾਨ ਖਾਨ ਜਾਂ ਸ਼ਾਹਰੁਖ ਖਾਨ ਜਾਂ ਨੇਹਾ ਕੱਕੜ ਵਰਗੇ ਸਿੰਗਰਸ ਨੂੰ ਲੈ ਕੇ ਆਂਦਾ, ਇਹਦੇ ਤੋਂ ਬਿਨਾਂ ਹੋਰ ਕਿਹੜੇ ਤੁਸੀਂ ਇਸ ਤਰ੍ਹਾਂ ਦੇ ਜਿਹੜੇ ਸੋਸ਼ਲ ਜਾਂ ਕਲਚਰਲ ਇਵੈਂਟ ਵੀ ਆਰਗੇਨਾਈਜ਼ ਕਰਦੇ ਸੀ, ਉਹ ਕਿਹੜੇ ਸੀਗੇ ਔਰ ਉਹਨਾਂ ਦਾ ਭਵਿੱਖ ਕੀ ਹੋਊਗਾ ਹੁਣ? ਭਾਜੀ ਮਾਈ ਬਿਜ਼ਨਸ ਇੰਟੈਂਸ ਐਂਟਰਟੇਨਮੈਂਟ ਵੀ ਸਟਾਰਟਡ ਇਨ 2011 ਤੇ ਅੱਜ 9 ਸਾਲ ਹੋ ਗਏ। ਤੇ 9 ਸਾਲ ਵਿੱਚ ਆਈ ਡਿਡ 60 ਇਵੈਂਟਸ, ਸ਼ੋਜ਼ ਤੇ ਇਵੈਂਟ ਮਿਲਾ ਕੇ ਮੈਂ 60 ਇਵੈਂਟਸ ਕਰ ਚੁੱਕਿਆ 9 ਇਅਰਸ ਵਿੱਚ। ਤੇ 9 ਵੀ ਨਹੀਂ 8.5 ਸਾਲ ਸਮਝੋ ਕਿ ਜੁਲਾਈ 2011 ਸਟਾਰਟ ਕੀਤਾ ਸੀ। ਤੋ ਅਦਰ ਦੈਨ ਥੀਸ ਕਨਸਰਟਸ ਬਿਕੋਜ਼ ਪੀਪਲ ਰਿਲੇਟ ਟੂ ਸੌਂਗਸ, ਪੀਪਲ ਰਿਲੇਟ ਟੂ ਬਾਲੀਵੁੱਡ, ਤੇ ਕਨਸਰਟ ਤਾਂ ਮੈਂ ਮਹੀਨੇ ਵਿੱਚ 1 ਜਾਂ 2 ਕਰਦਾ ਹੀ ਕਰਦਾ। ਬਟ ਅਦਰ ਦੈਨ ਦੈਟ ਆਈ ਡੂ ਇਵੈਂਟਸ। ਅੱਛਾ, ਇਵੈਂਟਸ ਵਿੱਚ ਮੇਰਾ ਸੋ ਵੈਰੀ ਪੋਪੂਲਰ ਇਵੈਂਟ ਹੈ, ਮੈਂ ਹਰ ਸਾਲ ਜੋ ਕਰਦਾ ਉਹ ਹੁੰਦਾ ਫੈਸਟੀਵਲ ਆਫ ਕਲਰਸ, ਹੋਲੀ। ਤੇ ਹੋਲੀ ਵਿੱਚ ਮੈਂ ਨੋਟਿਸ ਕੀਤਾ ਹੈ ਕਿ ਹੁਣ ਇੰਡੀਅਨਸ ਤੇ ਆਉਂਦੇ ਹੀ ਹੈ, ਪਰ ਨॉन ਇੰਡੀਅਨਸ ਵੀ ਕਾਫੀ ਆਉਂਦੇ ਹਨ। they have a lot of people because they love the culture and they love the entertainment part of the Holi. Throwing colors, singing, dancing, eating the whole day. It's very different. ਤੇ ਦੂਜਾ ਮੈਂ ਇਵੈਂਟ ਕਰਦਾ ਸੀ ਇੰਡੀਆ ਇੰਡੀਪੈਂਡੈਂਸ ਡੇ। ਹਰ ਸਾਲ ਮੈਂ ਲਾਸਟ ਈਅਰ ਮੈਂ ਕੀਤਾ ਤੇ we had a live flag hosting, we had flowers from the helicopter showering down, ਤੁਸੀਂ ਵੀ ਸੀਗੇ ਉੱਤੇ। PTC always supports us in all these events and thank you so much PTC for doing it. ਤੇ ਭਾਜੀ ਤੁਹਾਡਾ ਵੀ ਬੜਾ ਥੈਂਕ ਯੂ ਬਿਕੋਜ਼ ਯੂ ਹੈਵ ਬੀਨ ਅ ਬੈਕਬੋਨ ਫॉर ਆਰ ਸਪੋਰਟ, ਸੋ ਥੈਂਕ ਯੂ ਫॉर ਦੈਟ। ਤੇ ਅਸੀਂ ਇਵੈਂਟ ਜੋ ਇਸ ਤਰ੍ਹਾਂ ਕਰਦੇ ਸੀ, ਹੁਣ ਗੱਲ ਆਈ ਕਿ ਇਵੈਂਟ ਕੀ ਹੋਣਾ ਤੇ ਬਿਕੋਜ਼ ਮੈਨ ਇਜ਼ ਵੈਰੀ ਇਨੋਵੇਟਿਵ, ਹਿਊਮਨ ਬੀਇੰਗਸ ਆਰ ਵੈਰੀ ਇਨੋਵੇਟਿਵ। ਅਸੀਂ ਕਿਸੇ ਵੀ ਪਰਿਸਥਿਤੀ ਤੇ ਅਗਰ ਪੈ ਜਾਂਦੇ ਨਾ, ਇਫ ਦੇयर ਇਜ਼ ਅ ਸਿਚੁਏਸ਼ਨ ਕਮ ਟੂ ਅਸ, ਵੀ ਫਾਈਂਡ ਸੋਲੂਸ਼ਨ ਫॉर दैट। And similarly, I found a solution to do an event. So I'm doing an event on 15th of August, India Independence Day. This year? This year. हाँ जी। एक किसी भी हल्ले तक मेरे नहीं ख्याल किसी ने भी हल्ले तक कोई इवेंट ਦਾ ਸੋਚਿਆ ਵੀ ਹੋਏਗਾ ਕਿ ਅਸੀਂ 2020 ਵਿੱਚ ਇਵੈਂਟ ਕਰ ਸਕਦੇ ਹਾਂ। But I have, with my company, with my team, have decided to do an event, a very innovative and a very different way. ਤੇ ਉਹ ਹੈਗਾ ਕਿ ਜਿਸ ਤਰ੍ਹਾਂ ਤੁਸੀਂ ਇੰਡੀਆ ਵਿੱਚ ਦੇਖਦੇ ਹੋ ਨਾ ਕਿ ਰਿਪਬਲਿਕ ਡੇ ਮਨਾਇਆ ਜਾਂਦਾ ਹੈ, ਤੇ ਤੁਸੀਂ ਯੂ ਆਰ ਸਿਟਿੰਗ ਔਨ ਦ ਸਾਈਡਸ ਆਫ ਦ ਸਟਰੀਟ ਐਂਡ ਯੂ ਆਰ ਵਾਚਿੰਗ ਆਲ ਦ ਫਲੋਟਸ ਡਰਾਈਵਿੰਗ ਬਾਈ। ਝਾਂਕੀਆਂ ਬੋਲਦੇ ਹਨ ਜਿਹਨੂੰ, ਝਾਂਕੀਆਂ ਤੋਂ ਰਸਤੇ ਦੇ ਵਿੱਚ ਦੇ ਆਰ ਡਰਾਈਵਿੰਗ ਐਂਡ ਯੂ ਆਰ ਸਿਟਿੰਗ ਔਨ ਦ ਸਾਈਡ ਐਂਡ ਯੂ ਆਰ ਵਾਚਿੰਗ ਇਟ। ਵੀ ਡਿਡ ਅ ਰਿਵਰਸ ਪਾਰਟ ਆਫ ਇਟ। What we are doing is we are making the floats permanent on the side. They are fixed floats. So floats depicting India, depicting their culture. Ayurveda ਸਾਡਾ ਹੈਗਾ, the yoga ਸਾਡਾ ਹੈਗਾ, yoga, cricket, Bollywood, freedom fighters, monuments of India, spices of India. There are so many achievers of India, you know, big names, Microsoft, the Google, the CEO, ਸਾਰੇ Indians ਹੈਗੇ, doctors, big doctors, astronauts. ਇਹ ਸਾਰੀ ਜੋ ਇੰਡੀਆ ਦੀ ਅਚੀਵਮੈਂਟ ਹੈਗੀ ਉਹਨੂੰ ਅਸੀਂ ਡਿਪਿਕਟ ਕਰ ਰਹੇ ਹਾਂ ਔਨ ਅ ਫਲੋਟ। ਦੇ ਆਰ ਫਿਕਸਡ ਫਲੋਟਸ ਐਂਡ ਯੂ ਆਰ ਇਨ ਯੋਰ ਓਨ ਕਾਰ ਐਂਡ ਯੂ ਆਰ ਵਾਚਿੰਗ ਵਾਈਲ ਡਰਾਈਵਿੰਗ, ਯੂ ਸੀ ਆਲ ਥੀਸ ਫਲੋਟਸ। You are allowed to take pictures, you are allowed to stand there for a couple of seconds and then move forward to the next float, move forward to the next float. So that way you are not interacting with any outsider and it's completely touchless. ਤੁਸੀਂ ਆਓ ਤੁਹਾਡੇ ਗਾੜੀ ਕਾਰ ਵਿੱਚ, get your family, get your kids in your own comfort of your car, get your food and you come and slowly drive to this lane and keep watching these floats and there we have live flag hosting and we'll again have helicopter coming and showering flowers on that, on everyone who's there. We have live singing. We are following all the protocols for COVID, whatever the protocol is of the state, and we are maintaining 6 feet distance and we are also maintaining the proper protocol where there's no exchange of anything in that. So you know, it's all very innovative. And people, men, human beings actually, if we are got a situation, we will come up with a solution.
ਆਈ ਰਿਮੈਂਬਰ ਪਿਛਲੀ ਵਾਰੀ ਹੈਲੀਕਾਪਟਰ ਨਾਲ ਸਾਰਾ ਫੁੱਲਾਂ ਦੀ ਵਰਖਾ ਤਿਰੰਗਾ ਝੰਡਾ ਲਹਿਰਾਉਣ ਦਾ ਬਹੁਤ ਵੱਡੀ ਕਰਾਊਡ ਸੀ ਨੋ ਡਾਊਟ ਕਿ ਪੀਟੀਸੀ ਆਲਵੇਜ਼ ਕਵਰਿੰਗ ਦੋਜ਼ ਕਾਈਂਡ ਆਫ ਇਵੈਂਟਸ ਸੋ ਇਸ ਵਾਰੀ ਵੀ ਤੁਸੀਂ ਉਹ ਸਾਰਾ ਜਿਹੜਾ ਹੈਲੀਕਾਪਟਰਸ ਦੇ ਰਾਹੀਂ ਇਸ ਤਰ੍ਹਾਂ ਦੀਆਂ ਅਟਰੈਕਸ਼ਨਸ ਔਰ ਪੋਲੀਟੀਸ਼ੀਅਨਸ ਜਿਹੜੇ ਹੈਗੇ ਨੇ ਉਹ ਵੀ ਆ ਰਹੇ ਨੇ ਇਹਨਾਂ ਦੇ ਵਿੱਚ ਤੁਸੀਂ ਇਨਵਾਈਟ ਕਰ ਰਹੇ ਹੋ Bilkul. So we have a VIP tent, and as I said, it would be properly all the protocols will be followed. So each VIP tent will have 6 feet apart chairs. Everyone have a mask on their face, and they will be there for a few hours. Now, a family like a husband, wife, a couple can be together if they are from the same house. But if you are a different person, then you have to maintain that 6 feet distance. The performers, if they are performing, they maintain 10 feet distance. So all those protocols have been followed, and as I told you, there's no exchange of anything. There's no food, there's no paper, there's nothing you are giving or taking from anyone. So it is individual. Plus, these are only very selected VIPs who are coming, and we will have very, very few VIPs because for us, everyone is a VIP that day. But yes, the main people who are going to do the live flag hosting and all will be there in the tent, maintaining all the protocols. And the people who are coming, they are coming in their own cars. So they come in their own cars, they leave, there's no one is coming outside. So it would be completely safe. ਤੁਸੀਂ ਇਹ ਬੜਾ ਖੂਬਸੂਰਤ ਆਈਡੀਆ ਲੈ ਕੇ ਆਂਦਾ ਹੈ ਕਿ ਲੋਕ ਚੱਲ ਰਹੇ ਹੋਣਗੇ ਝਾਕੀਆਂ ਸਾਈਡਾਂ ਦੇ ਉੱਪਰ ਹੋਣਗੀਆਂ ਔਰ ਇਹ ਇੱਕ ਇਨੋਵੇਸ਼ਨ ਆ ਨੋ ਡਾਊਟ ਅਬਾਊਟ ਇਟ ਕਿ ਜੇ ਇਸ ਤਰ੍ਹਾਂ ਦੀ ਪ੍ਰੋਬਲਮ ਆਈ ਹੈ ਤੇ ਉਹਨੂੰ ਸੋਲਵ ਕਿਵੇਂ ਕਰਨਾ ਪਰ ਹੁਣ ਤੁਸੀਂ ਮੀਡੀਆ ਨਾਲ ਵੀ ਜੁੜੇ ਹੋਏ ਹੋ ਤੁਹਾਡਾ ਇੰਟੈਂਸ ਰੇਡੀਓ ਬੜੇ ਚਿਰ ਤੋਂ ਚੱਲ ਰਿਹਾ ਹੈ ਬਾਕੀ ਤੁਸੀਂ ਇਸ ਇੰਡਸਟਰੀ ਦੇ ਨਾਲ ਕਲੋਜ਼ਲੀ ਇਹਨੂੰ ਦੇਖ ਰਹੇ ਹੋ ਇਹਦੇ ਬਾਰੇ ਵੀ ਅਸੀਂ ਤੁਹਾਡੇ ਨਾਲ ਥੋੜ੍ਹੀ ਜਿਹੀ ਗੱਲ ਕਰਾਂਗੇ ਔਰ ਜੋ ਕੁਛ ਇਸ ਵੇਲੇ ਬਾਲੀਵੁੱਡ ਇੰਡਸਟਰੀ ਦੇ ਵਿੱਚ ਚੱਲ ਰਿਹਾ ਹੈ ਉਹਦਾ ਇੰਪੈਕਟ ਜਾਂ ਅਸਰ ਇੱਥੇ ਕਿਵੇਂ ਪੈ ਰਿਹਾ ਹੈ ਇਹਦੇ ਬਾਰੇ ਵੀ ਗੱਲ ਕਰਾਂਗੇ ਇਹ ਇੰਡਸਟਰੀ ਜਿਸ ਤਰ੍ਹਾਂ ਨਾਲ ਮਨੀਸ਼ ਜੀ ਨੇ ਦੱਸਿਆ ਕਿ ਜਦੋਂ ਹੁਣ ਇਹ ਵੱਡੀ ਪ੍ਰੋਬਲਮ ਸ਼ੁਰੂ ਹੋ ਗਈ ਆ ਤੇ ਨਵੇਂ ਉਹਦੇ ਰੂਪ ਵੀ ਸਾਹਮਣੇ ਆ ਰਹੇ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਮੀਡੀਆ ਵੱਡੇ ਰੂਪ ਦੇ ਵਿੱਚ ਪ੍ਰਭਾਵਿਤ ਹੈ ਅਜੇ ਲੋਕ ਇਸ ਆਸ ਦੇ ਵਿੱਚ ਨੇ ਕਿ ਸ਼ਾਇਦ ਇਹਦਾ ਕੋਈ ਜਲਦੀ ਹੱਲ ਨਿਕਲ ਆਵੇ ਪਰ ਜਿਹੜਾ ਇਕਨੋਮਿਕ ਸੈਟਬੈਕ ਇਸ ਵੇਲੇ ਇਸ ਇੰਡਸਟਰੀ ਨੂੰ ਲੱਗ ਰਿਹਾ ਹੈ ਮੀਡੀਆ ਦੀ ਇੰਡਸਟਰੀ ਨੂੰ ਲੱਗ ਰਿਹਾ ਹੈ ਤੇ ਐਂਟਰਟੇਨਮੈਂਟ ਇੰਡਸਟਰੀ ਨੂੰ ਲੱਗ ਰਿਹਾ ਹੈ ਉਹਦਾ ਅਸਰ ਆਉਂਦੇ ਦਿਨਾਂ ਵਿੱਚ ਮਿਲੇਗਾ ਔਰ ਉਹਦੇ ਨਾਲ ਕਿਵੇਂ ਨਜਿੱਠਿਆ ਜਾਣਾ ਹੈ ਇਹ ਕੁਛ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਗੱਲਬਾਤ ਚੱਲ ਰਹੀ ਹੈ ਮਨੀਸ਼ ਸੂਦ ਹੋਰਾਂ ਦੇ ਨਾਲ ਇਸ ਵੇਲੇ ਜੋ ਕਰੋਨਾ ਵਾਇਰਸ ਦਾ ਇੰਪੈਕਟ ਸਾਡੀ ਲਾਈਫ ਤੇ ਪੈ ਰਿਹਾ ਹੈ ਉਹ ਐਂਟਰਟੇਨਮੈਂਟ ਇੰਡਸਟਰੀ ਦੇ ਵਿੱਚ ਮੀਡੀਆ ਤੇ ਇਹਨਾਂ ਦੇ ਵਿੱਚ ਕਿਸ ਤਰ੍ਹਾਂ ਤੇ ਉਹਨਾਂ ਦੇ ਕੀ ਅਸੀਂ ਹੱਲ ਲੱਭ ਸਕਦੇ ਹਾਂ ਮਨੀਸ਼ ਜੀ ਤੁਹਾਡਾ ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਥੈਂਕ ਯੂ ਅਸੀਂ ਗੱਲਬਾਤ ਕੀਤੀ ਹੈ ਕਿ ਇਹ ਨਵੇਂ ਰੂਪ ਕਿਸ ਤਰ੍ਹਾਂ ਬਦਲ ਕੇ ਸਾਹਮਣੇ ਆਉਣਗੇ ਜਿਵੇਂ ਤੁਸੀਂ ਹੁਣੇ ਦੱਸਿਆ ਸੀਗਾ ਬ੍ਰੇਕ ਤੇ ਜਾਣ ਤੋਂ ਪਹਿਲਾਂ ਪਰ ਮੇਰਾ ਸਵਾਲ ਤੁਹਾਨੂੰ ਹੈਗਾ ਕਿ ਤੁਸੀਂ ਖੁਦ ਮੀਡੀਆ ਨਾਲ ਵੀ ਜੁੜੇ ਹੋਏ ਹੋ ਇਸ ਮੀਡੀਆ ਇੰਡਸਟਰੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਇਸ ਵੇਲੇ ਬਹੁਤ ਸਾਰੇ ਮੀਡੀਆ ਆਊਟਲੈਟ ਹੈਗੇ ਨੇ ਇੰਡੀਆ ਦੇ ਵਿੱਚ ਵੀ ਹੋਰਨਾਂ ਜਗ੍ਹਾ ਦੇ ਉੱਤੇ ਵੀ ਚਾਹੇ ਉਹ ਰੇਡੀਓ ਅਖਬਾਰਾਂ ਟੀਵੀ ਚੈਨਲ ਨੇ ਉਹ ਵੀ ਸਟਰਗਲ ਕਰ ਰਹੇ ਨੇ ਕਿਉਂਕਿ ਐਡਵਰਟਾਈਜ਼ਮੈਂਟ ਬੰਦ ਹੋ ਗਈ ਹੈ ਬਿਜ਼ਨਸ ਬੰਦ ਹੋ ਰਹੇ ਨੇ ਸੋ ਤੁਸੀਂ ਕਿਵੇਂ ਦੇਖਦੇ ਹੋ ਕਿ ਵਾਟ ਵਿਲ ਬੀ ਦਾ ਨਿਊ ਰੂਪ ਆਫ ਦਿਸ ਮੀਡੀਆ Paji, media first of all plays a very important role in any country or any society. ਸਾਰੀ ਜੋ ਨਿਊਜ਼ ਹੈਗੀ ਸਾਰੇ ਜੋ ਅਪਡੇਟਸ ਹੈਗੇ ਉਹ ਮੀਡੀਆ ਦਿੰਦਾ ਹੈ ਫਸਟ ਆਫ ਆਲ ਐਂਡ ਤੁਸੀਂ ਲੋਕਾਂ ਨੂੰ ਅਗਰ ਸ਼ਾਇਦ ਪਤਾ ਹੀ ਹੋਏਗਾ ਕਿ ਮੀਡੀਆ ਜੋ ਪਰਸਨ ਹੈ ਜਿਸ ਤਰ੍ਹਾਂ ਤੁਸੀਂ ਨਿਊਜ਼ ਲੈਣ ਜਾਂਦੇ ਆ ਯੂ ਆਰ ਲਾਈਕ ਅ ਸੋਲਜਰ ਬਿਕੋਜ਼ ਤੁਸੀਂ ਤੁਹਾਡੇ ਜਾਨ ਦੀ ਪਰਵਾਹ ਨਹੀਂ ਕਰਦੇ ਤੁਸੀਂ
ਇਨਸੀਡੈਂਟ ਤੇ ਜਾਂਦੇ ਉੱਥੇ ਲੋਕਾਂ ਨੂੰ ਰੀਅਲ ਖਬਰਾਂ ਦਿੰਦੇ ਆ। And hats off all to the media companies, and I think the government should do a lot for them. At the same time, there is something known as cyber robbery and illegal media things, which जिस तरह तुसी देखो कि आजकल बड़े illegal डब्बे आंदे हैं inbox कि तुसी movies सारी movies उत्थे आंदी हैं, right? And I am very strict and very very disappointed कि ये किस तरह कम शुरू होया, because see जो बंदा जो मूवीज़ बनाते हैं, जो मीडिया रियल खबर लाती है, वो तो टक जाती है बिकॉज दीज इलीगल थिंग्स हैव कम अप चैनल्स। अच्छा, कोई चैनल्स जो न्यूज़ दे हैगे, दे हैव ओनली रिजन बिकॉज दे वांट टू कम अप विद कंट्रोवर्सी और रॉन्ग न्यूज़, फेक न्यूज़ उन्होंने कहते हैं, उधर ना भी फेक न्यूज़ होता है, राइट? द ओनली रीजन दे आर डूइंग वेल इज बिकॉज पीपल वुड लव टू हियर सम मसाला, देयर इज नो ट्रूथ इन दैट। सो दोज आर मीडियाज आर हर्टिंग द न्यूज़ मीडिया। फिर दूजी गल है कि आई वुड रिक्वेस्ट एवरी वन हु इज़ लिसनिंग, फर्स्ट ऑफ ऑल remove those illegal boxes ਜਿਹਦੇ ਵਿੱਚ I know I have heard about boxes where you have every channel available and for a fraction of a cost. It is not legal, you cannot do that. So ਸਾਨੂੰ ਸਾਰੇ ਮੀਡੀਆ ਨੂੰ ਤੇ entertainment companies ਨੂੰ that is a big setback on that. तो ਉਹ ਲੋਕਾਂ ਨੂੰ should help us by removing those boxes, by closing that and take proper channels. Cable ਹੈਗੇ, आजकल ऐप आ गए हैं बड़े, इंटरनेट ते तो उन्होंने सब्सक्राइब करो, डिश हैगे या डिश हैगी तो सब्सक्राइब दैम एंड यूज़ द ऑथेंटिक मीडिया, दैट इज़ इंपॉर्टेंट। तो दूजी गल भाजी ये है कि फ्यूचर तो हैगा ही ब्राइट। देखिए अज एक सैटबैक आया है एंड द मीडिया और द एंटरटेनमेंट कंपनी कैनॉट गेट स्पॉन्सर्स और कैनॉट गेट अ लॉट ऑफ एडवर्टाइजिंग, राइट? बट इट्स नॉट गोइंग टू लास्ट फॉर लॉन्ग। Eventually the COVID pandemic is going to get over. जिस तरह पिछले पहले 10 साल में 100 साल में पहले भी pandemics आए हैं, and then the country had to had a setback. So this will go away and we will come back twice force. Say media, but media will always be there and we only learn the right things from the media. So it's very important. ਤੁਸੀਂ ਬਾਲੀਵੁੱਡ ਇੰਡਸਟਰੀ ਨਾਲ ਵੀ ਜੁੜੇ ਹੋਏ ਹੋ, ਪੰਜਾਬੀ ਸ਼ੋਅ ਵੀ ਤੁਸੀਂ ਕਰਵਾਏ ਨੇ, ਔਰ ਜੇ ਹੁਣ ਇਸ ਵੇਲੇ ਬਾਲੀਵੁੱਡ ਦੇ ਵਿੱਚ ਜਿਸ ਤਰ੍ਹਾਂ ਦੀ ਕੰਟਰੋਵਰਸੀ ਚੱਲ ਰਹੀ ਹੈ, ਚਾਹੇ ਉਹ ਸੁਸ਼ਾਂਤ ਸਿੰਘ ਦਾ ਕੇਸ ਹੋਵੇ ਜਾਂ ਇਸ ਵੇਲੇ ਜਿਸ ਤਰ੍ਹਾਂ ਦੇ ਇਲਜ਼ਾਮ ਲੱਗ ਰਹੇ ਨੇ ਬਾਲੀਵੁੱਡ ਦੇ ਵਿੱਚ, ਕਿਉਂਕਿ ਬਾਲੀਵੁੱਡ ਨੇ ਇੰਡੀਆ ਦਾ ਨਾਮ ਵੀ ਬੜਾ ਵੱਡਾ ਚਮਕਾਇਆ ਹੈ ਸਾਰੇ ਦੇਸ਼ਾਂ ਦੇ ਵਿੱਚ। ਸੋ ਹਾਊ ਯੂ ਸੀ ਦਿਸ ਕੰਟਰੋਵਰਸੀ? ਭਾਜੀ ਦੇਖिए ਕੰਟਰੋਵਰਸੀ ਤਾਂ ਇਸ ਤਰ੍ਹਾਂ ਹੈਗੀ ਕਿ ਜਦੋਂ ਵੈਨ ਦ ਕਾइंड ऑफ इंडस्ट्री ग्रोज टू दैट लेवल, जिस तरह बॉलीवुड ग्रो हुई है, पूरे वर्ल्ड विच फेमस है, यू गो टू एनी पार्ट ऑफ द वर्ल्ड दे नो बॉलीवुड, ओके? सो व्हेन यू ग्रो टू दैट लेवल देयर इज थाउजेंड्स डिफरेंट कंट्रोवर्सीज, अच्छे लोग की भी हैं, बुरे लोग भी हैं, इन एवरी फील्ड। नाउ एक नेपोटिज्म की गल कर रहे हैं, यू टेल मी विच इंडस्ट्री डज नॉट हैव नेपोटिज्म? गिव मी वन नेम। है ही नहीं। डॉक्टर का मुंडा डॉक्टर ट्राई कर रहा बनने का, लॉयर का मुंडा लॉयर बन रहा है, तो वकील दा मुंडा वकील बन रहा है, पॉलिटिशियन दा पॉलिटिशियन हो रहा है, राइट? सो दिस इज जोक व्हेन यू आर सेइंग ओ नेपोटिज्म चिल्ला रहे हैं तुसी। इट इज़ वेरी फेयर। आज मेरा बिजनेस है, मैं मेरे बच्चे को प्रमोट करूँगा, वाई नॉट? सो आई थिंक नेपोटिज्म इज़ अ बुलशिट थिंग व्हाट पीपल आर स्क्रीमिंग अबाउट। दूसरी बात है ग्रुपिज्म। गिव मी वन इंडस्ट्री दे ग्रुप नहीं है, सारे जगह ग्रुपिज्म है। सो बॉलीवुड ਨੂੰ ਬਦਨਾਮ ਕਰ ਰਹੇ हैं फॉर नो रीज़न। तुसी अगर गल कर रहे हो सुशांत सिंह की, सुशांत सिंह ने आत्महत्या की है कि मर्डर हुआ है, पहले तो एक गल नहीं कन्फर्म, ठीक है? वो CBI की जांच चल रही है, लेट द रिजल्ट कम फर्स्ट। CBI की मंग की जा रही है, जे चल नहीं रही। हाँ, मंग की है, पर एट द एंड ऑफ द डे पुलिस कर रही है, पर इवेंचुअली अगर CBI, अगर पुलिस विल नॉट कम अप टू अ proper conclusion, it will be handed over to CBI. Now my point is, पहली गल कि सानू पता ही नहीं उसने आत्महत्या की है कि मर्डर है, ठीक है? तो फर्स्ट ऑफ ऑल वी हैव टू गेट क्लियरिफिकेशन फ्रॉम दैट। मैंटल स्टेटस देखिए भाजी, शाहरुख खान दी 4 ते 5 मूवियां वो होंदी है डूबदी है, तो एक हिट होंदी है,
तो वो आत्महत्या कर रहे हैं? नहीं ना, he became a king, right? तो I don't think so a person who gets all his movies rejected or maybe if he loses his contract, ठीक है, ਉਹਨੂੰ ਆਤਮਹੱਤਿਆ ਕਰਨ ਦੀ ਜ਼ਰੂਰਤ ਹੈ ਪਹਿਲੀ ਗੱਲ. So there is more to it. So it is all my feeling is we have reacted to that situation very very fast because ਘਰ ਵਿੱਚ ਬੈਠੇ हैं ਸਾਰੇ, everyone is home, most of them have nothing to do, so they have started this controversy. ਆਤਮਹੱਤਿਆ ਮਰਡਰ ਇਹ ਸਾਰਾ ਹਰ ਫੀਲਡ ਵਿੱਚ ਹੁੰਦਾ ਭਾਜੀ. ਅੱਜ ਤੁਸੀਂ ਸੁਸ਼ਾਂਤ ਸਿੰਘ ਦੀ ਆਤਮਹੱਤਿਆ ਕਹਿ ਰਹੇ ਹੋ, ਤੁਸੀਂ ਤੁਹਾਨੂੰ ਪਤਾ ਫਾਰਮਰਸ ਕਿੰਨੇ ਮਰੇ ਹੈ? 400,000 farmers died of suicide. No one said anything about it, right? So ਇਹ ਵੱਡਾ ਗੱਲ ਹੈ. ਸੁਸ਼ਾਂਤ ਸਿੰਘ ਦਾ ਪਹਿਲੇ ਆ ਜਾਏਗਾ ਮੈਟਰ ਕਲੀਅਰ, ਫਿਰ ਦੇਖेंगे ਕੀ ਹੁੰਦਾ ਹੈ. ਪਰ I think Bollywood has been just being बदनामी हो रही है for no reason. You see the good part of Bollywood. आज लाखों करोड़ों ਨੂੰ एंटरटेन कर रहे हैं. आज टुडे जो घर में बैठे हैं क्या देखते हैं? बॉलीवुड मूवीज़ देख रहे हैं, बॉलीवुड सिनेमास देख रहे हैं, गाने सुन रहे हैं. Everyone is connected to Bollywood in some way or form. So it's a big industry and I love that. ਥੈਂਕ ਯੂ ਸੋ ਮਚ ਫॉर योर ਟਾਈਮ. ਜਿਹੜਾ ਇਸ ਵੇਲੇ ਵੱਡਾ ਮਸਲਾ ਬਣਿਆ ਪਿਆ ਹੈ ਉਹ ਚਾਹੇ ਬਾਲੀਵੁੱਡ ਨਾਲ ਜੁੜਿਆ ਹੋਇਆ ਹੋਵੇ, ਐਂਟਰਟੇਨਮੈਂਟ ਇੰਡਸਟਰੀ ਦੇ ਨਾਲ ਟੋਟੈਲਿਟੀ ਦੇ ਵਿੱਚ ਜੁੜਿਆ ਹੋਇਆ ਹੋਵੇ. ਜਿਹੜੇ ਸ਼ੋਅ ਚੱਲ ਰਹੇ ਸੀ ਵੱਡੇ ਸ਼ੋਅ ਵੀ ਇਸ ਤੋਂ ਪ੍ਰਭਾਵਿਤ ਹੋਏ ਨੇ ਔਰ ਉਹਨਾਂ ਦੇ ਨਵੇਂ ਰੂਪ ਸਾਡੇ ਸਾਹਮਣੇ ਆ ਰਹੇ ਨੇ. आएंगे अभी फॉर द नेक्स्ट टाइम जितने भी शोज़ अभी पोस्टपोन्ड और कैंसिल हुए हैं, आई कैन टेल यू ऑन रिकॉर्ड ਜਦੋਂ ਹੀ ਕੌਨਫੀਡੈਂਸ ਲੈਵਲ ਲੋਕਾਂ ਦਾ ਠੀਕ ਹੋ ਜਾਣਾ ਹੈ, these shows will get twice as much as crowd what we used to expect. So I'm not disheartened. I am very encouraged. Eventually it is going to happen and it's going to happen twice as much. ਨਿਰਾਸ਼ ਹੋਣ ਦੀ ਜਗ੍ਹਾ 'ਤੇ ਆਸ਼ਾਵਾਦੀ ਹੋਣਾ ਹਮੇਸ਼ਾ ਹੀ ਚੰਗਾ ਹੈ. ਜਿਵੇਂ ਮਨੀਸ਼ ਸੂਦ ਹੋਰਾਂ ਨੇ ਕਿਹਾ ਹੈ, ਭਾਵੇਂ ਵੱਡਾ ਨੁਕਸਾਨ ਉਠਾਉਣਾ ਪਿਆ ਹੈ, ਇਹ ਇੰਡਸਟਰੀ ਚਾਹੇ ਉਹ TV ਨਿਊਜ਼ਪੇਪਰ ਜਾਂ ਬਾਕੀ ਰੇਡੀਓ ਦੀ ਇੰਡਸਟਰੀ ਆ, ਮੀਡੀਆ ਇੰਡਸਟਰੀ ਆ, ਇਹਦੇ 'ਤੇ ਇਫੈਕਟ ਹੋ ਰਿਹਾ ਹੈ. ਪਰ ਇਸ ਆਸ ਨਾਲ ਕਿ ਆਉਂਦੇ ਸਮੇਂ ਦੇ ਵਿੱਚ ਕਮਿਊਨਿਟੀ ਅਤੇ ਬਿਜ਼ਨਸਿਸ ਵਾਪਸ ਇਹਨਾਂ ਦੀ ਹੈਲਪ ਕਰਨਗੇ, ਬਿਜ਼ਨਸ ਵਾਪਸ ਆਉਣਗੇ, ਲੋਕ ਘਰਾਂ ਤੋਂ ਨਿਕਲਣਗੇ ਅਤੇ ਇਸ ਇੰਡਸਟਰੀ ਨੂੰ ਫਿਰ ਉੱਪਰ ਲੈ ਕੇ ਜਾਣਗੇ. ਔਰ ਇਹ ਇੰਡਸਟਰੀ ਚਾਹੇ ਉਹ ਮੀਡੀਆ ਦੇ ਰੂਪ ਵਿੱਚ ਆ ਜਾਂ ਐਂਟਰਟੇਨਮੈਂਟ ਦੇ ਰੂਪ ਵਿੱਚ ਆ, ਇਹ ਲੋਕਾਂ ਨੂੰ ਇਸੇ ਤਰ੍ਹਾਂ ਇਨਫੋਰਮੇਸ਼ਨ, ਐਂਟਰਟੇਨਮੈਂਟ, ਇਹ ਸਾਰੀਆਂ ਚੀਜ਼ਾਂ ਦਿੰਦੀ ਰਹੇਗੀ. ਜਿਵੇਂ ਤੁਸੀਂ ਦੇਖਿਆ ਹੈ ਕਿ ਸਭ ਤੋਂ ਪਹਿਲ ਕਦਮੀ PTC ਨੇ ਕੀਤੀ ਸੀ ਇੱਕ ਔਨਲਾਈਨ ਪ੍ਰੋਗਰਾਮ ਕਰਕੇ. ਵਨ ਐਂਕਰ ਉਹ ਬੰਬੇ ਸੀ, ਦੂਜਾ ਮੋਹਾਲੀ ਦੇ ਵਿੱਚ. ਸੋ ਜਦੋਂ ਤੁਸੀਂ ਦੇਖਦੇ ਸੀ ਸਾਰਾ ਕੁਝ ਇਕੱਠਾ ਸਾਹਮਣੇ ਨਜ਼ਰ ਆ ਰਿਹਾ ਸੀ. ਇਸੇ ਹੀ ਤਰ੍ਹਾਂ ਹੁਣ PTC ਵੱਲੋਂ ਹੁਨਰ ਪੰਜਾਬ ਦੇ ਉਹਨਾਂ ਪੰਜਾਬੀਆਂ ਨੂੰ ਸਾਹਮਣੇ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਚਾਹੇ ਉਹ ਦੁਨੀਆ ਦੇ ਵਿੱਚ ਕਿਤੇ ਵੀ ਨੇ. 2 ਮਿੰਟ ਦੀ ਵੀਡੀਓ ਬਣਾ ਕੇ ਤੁਸੀਂ PTC ਦੇ ਉਹਨਾਂ ਦਿੱਤੇ ਹੋਏ ਨੰਬਰਾਂ 'ਤੇ ਭੇਜ ਸਕਦੇ ਹੋ. ਅਤੇ ਇਹਦੇ ਨਾਲ ਹੀ ਆ ਰਿਹਾ ਹੈ PTC ਮਿਊਜ਼ਿਕ ਅਵਾਰਡ. ਇਹ ਆ ਔਰ ਇਸ ਵੇਲੇ PTC ਵੱਲੋਂ ਕੋਸ਼ਿਸ਼ਾਂ ਨੇ ਕਿ ਅਸੀਂ ਤੁਹਾਨੂੰ ਗਰਾਊਂਡ ਜ਼ੀਰੋ ਤੋਂ ਇਹ ਰਿਐਲਿਟੀ ਦੱਸੀਏ, ਚਾਹੇ ਉਹ DC ਦੇ ਵਿੱਚ ਪ੍ਰੋਟੈਸਟ ਹੋਣ ਜਾਂ ਸਾਡੀ ਇੰਡਸਟਰੀ ਦਾ ਇਸ ਤਰ੍ਹਾਂ ਨਾਲ ਕਿਸੇ ਵੀ ਸਾਡਾ ਭਾਈਚਾਰਾ, ਸਾਡੇ ਲੋਕ ਚਾਹੇ ਬਿਜ਼ਨਸਿਸ ਨੇ ਉਹ ਪ੍ਰਭਾਵਿਤ ਹੋ ਰਹੇ ਨੇ, ਉਹਨਾਂ ਦੇ ਬਾਰੇ ਵੀ ਅਸੀਂ ਤੁਹਾਡੇ ਤੱਕ ਗੱਲਬਾਤ ਕਰਦੇ ਹਾਂ ਔਰ ਆਉਂਦੇ ਸਮੇਂ ਦੇ ਵਿੱਚ ਵੀ ਲੈ ਕੇ ਆਉਂਦੇ ਰਹਾਂਗੇ ਔਰ ਇਹਦੇ ਬਾਰੇ ਗੱਲਬਾਤ ਚੱਲਦੀ ਰਹੇਗੀ. ਆਸ ਹੈ ਕਿ ਤੁਹਾਨੂੰ ਇਹ ਸਾਡਾ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ. ਇਹਦੇ ਬਾਰੇ ਤੁਸੀਂ ਆਪਣੀ ਫੀਡਬੈਕ ਵੀ ਦੇ ਸਕਦੇ ਹੋ. ਫਿਰ ਨਵੇਂ ਮੁੱਦੇ ਦੇ ਨਾਲ ਤੁਹਾਡੇ ਹਾਜ਼ਰ ਹੋਵਾਂਗੇ. ਤੁਹਾਡਾ ਮਨੀਸ਼ ਜੀ ਬਹੁਤ ਬਹੁਤ ਧੰਨਵਾਦ ਅਤੇ ਸਾਡੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ.